ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਤੋਂ ਪਹਿਲੇ ਆਪਾਂ ਕੀਤੀਆਂ ਸੀ ਪੰਜਾਬੀ ਭਾਸ਼ਾ ਜਿਹੜੀ ਸਿੱਖਿਆ ਉਹਦੇ ਨਾਲ ਸੰਬੰਧਿਤ ਚੁਣੌਤੀਆਂ ਤੇ ਕਠਿਨਾਈਆਂ ਯਾਨੀ ਸਮੱਸਿਆਵਾਂ। ਹੁਣ ਇਸ ਦਾ ਕੰਟੀਨਿਊ ਪਾਰਟ ਹੈ ਸਮੱਸਿਆਵਾਂ ਦਾ ਸੁਧਾਰ ਕਿਵੇਂ ਹੋਵੇ। ਪੰਜਾਬੀ 'ਚ ਤਾਂ ਸਭ ਨੂੰ ਪਤਾ ਹੈ ਵੀ ਅਧਿਆਪਨ ਸਮੇਂ ਅਧਿਆਪਕਾਂ ਵਿੱਚ ਕੀ ਕਮੀਆਂ ਨੇ, ਬੱਚਿਆਂ ਵਿੱਚ ਕੀ ਕਮੀਆਂ ਨੇ, ਪ੍ਰਬੰਧਨ ਵਿੱਚ ਕੀ ਕਮੀ ਹੈ, ਉਹ ਸਾਰੀਆਂ ਜਿਹੜੀਆਂ ਗੱਲਾਂ ਹੈ ਸਭ ਨੂੰ ਪਤਾ। ਪਰੰਤੂ ਉਹਦਾ ਕੋਈ ਨਾ ਕੋਈ ਉਪਚਾਰ, ਕੋਈ ਨਾ ਉਹਦੀ ਰੈਮੇਡੀ ਹੋਣੀ ਚਾਹੀਦੀ, ਉਹਦਾ ਕੋਈ ਨਾ ਕੋਈ ਸਾਧਨ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੋਸ਼ਾਂ ਤੋਂ ਬਚਿਆ ਜਾ ਸਕੇ, ਉਸ ਗੱਲ ਤੋਂ ਦੂਰ ਹੋਇਆ ਜਾ ਸਕੇ। ਤੇ ਜੋ ਪੰਜਾਬੀ ਪੜ੍ਹਾਉਣ ਦਾ ਜੋ ਸਾਡਾ ਮਕਸਦ ਹੈ ਵੀ ਆਉਣ ਵਾਲੀ ਜੋ ਪੀੜ੍ਹੀ ਹੈ ਸ਼ੁੱਧ ਪੰਜਾਬੀ ਦੇ, ਮਿਆਰੀ ਪੰਜਾਬੀ, ਸਟੈਂਡਰਡ ਪੰਜਾਬੀ ਦੇ ਪੜ੍ਹਨ ਲਈ ਤਿਆਰ ਹੋਵੇ ਔਰ ਨਿਪੁੰਨ ਹੋਵੇ, ਉਸ ਵਿੱਚ ਕੁਸ਼ਲਤਾ ਹੋਵੇ ਲਿਖਣ, ਪੜ੍ਹਨ, ਬੋਲਣ, ਸੁਣਨ ਦੀ। ਇਸ ਕਰਕੇ ਜੋ ਮਾਂ ਬੋਲੀ ਪੜ੍ਹਾਉਣ ਸਮੇਂ ਜਿਹੜੀਆਂ ਸਮੱਸਿਆਵਾਂ ਨੇ ਪੰਜਾਬੀ ਮਾਂ ਬੋਲੀ ਦਾ, ਉਹਦਾ ਸੁਧਾਰ ਕੀਤਾ ਜਾਵੇ। ਬਹੁਤ ਸਾਰੇ ਪੁਆਇੰਟਸ ਨੇ, ਅਸੀਂ ਇੱਕ ਇੱਕ ਕਰਕੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਜਿਹੜਾ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਜਿੱਥੇ ਜਿੱਥੇ ਅਟਰੈਕਸ਼ਨ ਆਫ ਮਦਰ ਟੰਗ ਯਾਨੀ ਜੋ ਮਦਰ ਲੈਂਗੁਏਜ ਹੈ, ਮਾਂ ਬੋਲੀ, ਜਿੱਥੇ ਜਿੱਥੇ ਉਹਦੇ ਆਕਰਸ਼ਣ ਵਿੱਚ ਕਮੀ ਆ ਰਹੀ ਹੈ, ਅਸੀਂ ਉਸ ਥਾਂ 'ਤੇ ਕੰਮ ਕਰੀਏ। ਜਦੋਂ ਤੱਕ ਅਸੀਂ ਸਾਰੇ ਕੰਮ ਸਰਕਾਰੀ ਤੌਰ 'ਤੇ, ਗੈਰ ਸਰਕਾਰੀ ਤੌਰ 'ਤੇ, ਬੱਚਿਆਂ ਦੇ ਲੈਵਲ 'ਤੇ, ਅਧਿਆਪਕਾਂ ਦੇ ਲੈਵਲ 'ਤੇ ਕਰ ਲਾਂਗੇ, ਪਰੰਤੂ ਜੇ ਮਾਂ ਬੋਲੀ ਲਈ ਖਿੱਚਿਆ, ਮਾਂ ਬੋਲੀ ਲਈ ਆਕਰਸ਼ਣ, ਮਾਂ ਬੋਲੀ ਲਈ ਪਿਆਰ ਨਹੀਂ ਹੈ, ਸਤਿਕਾਰ ਨਹੀਂ ਹੈ, ਉਹ ਜਿੰਨੇ ਕੀਤੇ ਕਰਾਏ ਸਾਧਨ ਨੇ ਉਹ ਸਾਰੇ ਹੀ ਜ਼ੀਰੋ ਹੋ ਜਾਣਗੇ, ਉਹ ਸਾਰੇ ਬੇਕਾਰ ਹੋ ਜਾਣਗੇ। ਇਸ ਕਰਕੇ ਸਭ ਤੋਂ ਪਹਿਲਾ ਜੋ ਇਸ ਦਾ ਉਪਾਅ ਹੈ, ਇਸ ਦਾ ਸੁਧਾਰ ਹੈ, ਉਹ ਹੈ ਮਾਂ ਬੋਲੀ ਲਈ ਪਿਆਰ ਪੈਦਾ ਕਰਨਾ। ਵਿਦਿਆਰਥੀਆਂ ਵਿੱਚ ਪੰਜਾਬੀ ਤੇ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ, ਪੰਜਾਬੀਅਤ ਯਾਨੀ ਜੋ ਪੰਜਾਬੀਅਤ ਦੇ ਗੁਣ ਨੇ ਉਸ ਪ੍ਰਤੀ ਰੁਚੀ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਰੁਚੀ ਬਹੁਤ ਜ਼ਿਆਦਾ, ਪਰ ਜੋ ਰੁਚੀ ਹੈ ਉਹ ਸਿਰਫ ਪੰਜਾਬੀ ਗਾਣੇ, ਪੰਜਾਬੀ ਐਲਬਮ ਔਰ ਪੰਜਾਬੀ ਜੋ ਟਿਕਟੌਕ ਦੇ ਇੱਦਾਂ ਦੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਉੱਤੇ ਹੀ ਕੇਂਦਰਿਤ ਹੋ ਕੇ ਸਾਰਾ ਪੰਜਾਬੀ ਦਾ ਦਾਰੋਮਦਾਰ ਰਹਿ ਗਿਆ। ਪਰੰਤੂ ਇਹ ਕੋਈ ਚਿਰਸਥਾਈ, ਇਹ ਕੋਈ ਫੋਰਐਵਰ ਸਾਧਨ ਨਹੀਂ ਹੈ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਬਚਾਇਆ ਜਾਂ ਉਸ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕੇ। ਇਸ ਕਰਕੇ ਵਿਦਿਆਰਥੀਆਂ ਵਿੱਚ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਵਿੱਚ ਇੱਕ ਨਵੀਂ ਲਲਕ, ਇੱਕ ਨਵੀਂ ਖਿੱਚ, ਇੱਕ ਨਵਾਂ ਆਕਰਸ਼ਣ, ਇੱਕ ਨਵੀਂ ਰੁਚੀ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਕਰਨਾ ਕੀ ਚਾਹੀਦਾ ਹੈ? ਕਰਨਾ ਇਹ ਚਾਹੀਦਾ ਹੈ ਕਿ ਬੱਚਿਆਂ ਵਿੱਚ, ਅਧਿਆਪਕਾਂ ਤੋਂ ਸ਼ੁਰੂ ਹੋਏਗਾ, ਅਧਿਆਪਕਾਂ ਨੇ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਦੇ ਪਿਛੋਕੜ, ਪੰਜਾਬੀਅਤ, ਪੰਜਾਬੀ ਸੱਭਿਆਚਾਰ ਦਾ ਜੋ ਪਿਛੋਕੜ, ਜੋ ਬੈਕਗਰਾਊਂਡ ਆਫ ਪੰਜਾਬੀ ਲੈਂਗੁਏਜ ਹੈ, ਕਿੱਥੋਂ ਪੈਦਾ ਹੋਈ, ਕਿਹੜੇ ਖੇਤਰ ਨੇ ਪੰਜਾਬੀ ਦੀ ਮਾਂ ਬੋਲੀ, ਪੰਜਾਬੀ ਦੇ ਸਾਹਿਤਕ ਤੌਰ 'ਤੇ ਕਿੰਨੀਆਂ ਉਪਬੋਲੀਆਂ ਨੇ, ਕਿਹੜੇ ਇਲਾਕੇ 'ਚ ਕਿਸ ਤਰ੍ਹਾਂ ਦੀ ਬੋਲੀ ਬੋਲੀ ਜਾਂਦੀ ਹੈ। ਜਦੋਂ ਅਸੀਂ ਪੰਜਾਬੀ ਬੋਲੀ ਦੇ ਸੱਭਿਆਚਾਰ ਦੇ ਬਾਰੇ ਬੱਚਿਆਂ ਨੂੰ ਦੱਸਾਂਗੇ, ਉਸ ਦਾ ਪਿਛੋਕੜ ਦੱਸਾਂਗੇ, ਤਾਂ ਬੱਚਿਆਂ ਵਿੱਚ ਇਸ ਦੀ ਰੁਚੀ ਜਾਗੇਗੀ। ਕਿਉਂਕਿ ਇਹ ਜੋ ਪੰਜਾਬੀ ਮਾਂ ਬੋਲੀ ਸਿਰਫ ਗਾਣੇ ਗਾਣ ਜਾਂ ਨੱਚਣ ਟੱਪਣ ਲਈ ਨਹੀਂ ਹੈ, ਇਸ ਦਾ ਇੱਕ ਮਹਾਨ, ਇੱਕ ਤਿਆਗ, ਇੱਕ ਕੁਰਬਾਨੀਆਂ ਭਰਿਆ ਪਿਛੋਕੜ ਹੈ ਜੋ ਕਿ ਸਮਾਜ, ਧਰਮ, ਅਰਥ ਇਸ ਸਭ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦਾ ਪਿਛੋਕੜ ਜਾਣਨਾ, ਦੱਸਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹਨਾਂ 'ਚ ਰੁਚੀ ਪੈਦਾ ਹੋਵੇ। ਔਰ ਅਗਲੀ ਗੱਲ ਹੈ ਕਿ ਪੰਜਾਬੀ ਭਾਸ਼ਾ ਬੜੀ ਮਹਾਨ ਹੈ। ਇਸ ਕਰਕੇ ਮਹਾਨ ਹੈ, ਗੁਰੂਆਂ ਤੋਂ ਪਹਿਲਾਂ ਜੋਗੀਆਂ ਨੇ, ਸਿੱਧਾਂ ਨੇ ਔਰ ਹੋਰ ਜਿਹੜੇ ਸੂਫੀ ਫਕੀਰਾਂ ਨੇ, ਉਹਨਾਂ ਨੇ ਵੀ ਇਸ ਨੂੰ ਅਪਣਾਇਆ ਕਿਉਂਕਿ ਇਸ ਵਿੱਚ ਬਹੁਤ ਮਿਠਾਸ ਹੈ, ਇਸ ਵਿੱਚ ਕੁਝ ਖਾਸ ਗੱਲ ਹੈ। ਇਸ ਕਰਕੇ ਇਹ ਪੰਜਾਬੀ ਬੋਲੀ ਬੜੀ ਮਹਾਨ ਹੈ। ਔਰ ਪੰਜਾਬੀ ਦੀ ਉੱਚਤਾ, ਜਿਸ ਦੇ ਉੱਚ ਪਾਏ ਦੇ ਰਚੇ ਹੋਏ ਜੋ ਸਾਹਿਤ ਹੈ, ਭਾਵੇਂ ਉਹ ਜੋਗੀਆਂ ਦਾ ਸਾਹਿਤ ਹੈ, ਨਾਥਾਂ ਦਾ ਸਾਹਿਤ ਹੈ, ਸੂਫੀਆਂ ਦਾ ਲਿਖਿਆ ਸਾਹਿਤ ਹੈ, ਔਰ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਹੈ, ਸਭ ਤੋਂ ਵੱਡਾ ਪੰਜਾਬੀ ਸਾਹਿਤ ਦਾ ਸੋਮਾ ਹੈ। ਗੁਰੂਆਂ ਨੇ, ਸਿੱਖ ਗੁਰੂਆਂ ਨੇ ਇਸ ਮਾਂ ਬੋਲੀ ਪੰਜਾਬੀ ਨੂੰ ਆਪਣੀ ਗੱਲ ਕਹਿਣ ਲਈ, ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕਰਨ ਲਈ ਅਪਣਾਇਆ। ਹੁਣ ਵੀ ਧਰਮ ਦੇ ਖੇਤਰ ਵਿੱਚ ਪੰਜਾਬੀ ਮਾਂ ਬੋਲੀ ਦੀ ਵਰਤੋਂ ਜਿਹੜੀ ਉਹ ਬਹੁਤ ਜ਼ਿਆਦਾ, ਬਹੁਤ ਸਫਲਤਾਪੂਰਵਕ ਹੋ ਰਹੀ ਹੈ। ਇਸ ਕਰਕੇ ਬੱਚਿਆਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਦਾ ਪਿਛੋਕੜ, ਬੈਕਗਰਾਊਂਡ ਦੱਸਣੀ ਚਾਹੀਦੀ ਹੈ, ਉਹਦੀ ਮਹਾਨਤਾ, ਉਹਦੀ ਜੋ ਯੂਨੀਕਨੈਸ ਦੱਸਣੀ ਚਾਹੀਦੀ ਹੈ, ਵਿਲੱਖਣਤਾ ਔਰ ਉਹਦੀ ਉੱਚਤਾ ਬਾਰੇ ਦੱਸਣਾ ਚਾਹੀਦਾ ਹੈ। ਔਰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪੰਜਾਬੀ ਮਾਂ ਬੋਲੀ ਦੀਆਂ ਕਦਰਾਂ ਕੀਮਤਾਂ, ਹਿਊਮਨ ਵੈਲਿਊਜ਼ ਬਹੁਤ ਵਿਸ਼ਾਲ, ਬਹੁਤ ਸਨਮਾਨਯੋਗ ਨੇ ਔਰ ਅਜੇ ਵੀ ਉਹ ਕੰਮ ਕਰਦੀਆਂ ਨੇ ਔਰ ਇਹ ਜਿਹੜੀਆਂ ਸਾਰੇ ਵਿਵਹਾਰ ਵਿੱਚ ਆਉਣੀਆਂ ਚਾਹੀਦੀਆਂ ਨੇ। ਇਸ ਲਈ ਜਦੋਂ ਅਸੀਂ ਗੱਲਾਂ ਬੱਚਿਆਂ ਨਾਲ ਕਰਾਂਗੇ ਤਾਂ ਪੰਜਾਬੀ ਮਾਂ ਬੋਲੀ ਲਈ ਸਦੀਵੀ ਪਿਆਰ ਹੋਏਗਾ। ਇੱਕ ਪੀੜ੍ਹੀ ਦੂਜੇ ਤੱਕ ਹੈ ਜੋ ਪਿਆਰ ਹੈ, ਜੋ ਖਿੱਚ ਹੈ, ਜੋ ਸਮਰਪਣ ਹੈ ਪੰਜਾਬੀ ਮਾਂ ਬੋਲੀ ਬਾਰੇ, ਇਹ ਦੂਜੀ ਪੀੜ੍ਹੀ ਨੂੰ ਦੇ ਸਕਦੀ ਹੈ।
ਫਿਰ ਬੱਚਿਆਂ ਨੂੰ ਗੁਰਬਾਣੀ ਬਾਰੇ ਜਿੱਦਾਂ ਅਸੀਂ ਗੱਲ ਕੀਤੀ ਹੈ, ਸੂਫੀ ਇਤਿਹਾਸ, ਸੂਫੀ ਸਾਹਿਤ ਬਾਰੇ, ਸੰਸਾਰਿਕ ਸਾਹਿਤ ਬਾਰੇ ਅਲੱਗ-ਅਲੱਗ ਤਰੀਕੇ ਨਾਲ, ਬੜੇ ਰੋਚਕ ਤਰੀਕੇ ਨਾਲ ਦੱਸਿਆ ਜਾਵੇ। ਉਹਨਾਂ ਬਾਰੇ ਹੋਰ ਕਈ ਸਾਧਨਾਂ ਜੋ ਅੱਜ ਕੱਲ੍ਹ ਦੇ ਆਧੁਨਿਕ ਨਵੀਨ ਸਾਧਨ ਨੇ ਉਹਨਾਂ ਦੇ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਵਿਲੱਖਣਤਾ ਬਾਰੇ, ਸੂਫੀ ਕਾਵਿ ਦੀ ਵਿਲੱਖਣਤਾ ਬਾਰੇ, ਇਹ ਸਿਰਫ ਗਾਉਣ ਦੀ ਜਾਂ ਐਕਟਿੰਗ ਕਰਨ ਦੀ ਇੱਕ ਸਿਰਫ ਗੀਤ ਨਹੀਂ ਹੈ, ਇੱਕ ਸ਼ਬਦ ਨਹੀਂ ਹੈ, ਪਰੰਤੂ ਇਹ ਇੱਕ ਜਿਉਂਦੀ ਜਾਗਦੀ ਸਿਧਾਂਤ ਦੀ ਪ੍ਰਕਿਰਿਆ, ਯਾਨੀ ਇਹ ਜਿਉਂਦਾ ਜਾਗਦਾ ਇੱਕ ਉਪਦੇਸ਼ਾਤਮਕ ਸਿਧਾਂਤ, ਯਾਨੀ ਇੱਕ ਬਹੁਤ ਵੱਡਾ ਸਾਹਿਤ ਹੈ, ਸਤਿਕਾਰਯੋਗ ਸਾਹਿਤ ਹੈ ਜੋ ਜੀਵਨ ਪਲਟਣ ਵਿੱਚ ਮਦਦ ਕਰ ਸਕਦਾ। ਜਦੋਂ ਅਸੀਂ ਗੁਰਬਾਣੀ ਦੀ, ਸੂਫੀ ਦੀ ਤੇ ਆਮ ਸੰਸਾਰਿਕ ਸਾਹਿਤ ਬਾਰੇ ਗੱਲਾਂ ਕਰਾਂਗੇ ਬੱਚਿਆਂ ਨੂੰ, ਤੇ ਬੱਚੇ ਨੂੰ ਪਤਾ ਲੱਗੇ ਨਹੀਂ ਪੰਜਾਬੀ ਕੋਈ ਛੋਟੀ ਮੋਟੀ ਚੀਜ਼, ਸਿਰਫ ਬੋਲਚਾਲ ਦੀ ਭਾਸ਼ਾ, ਹੱਸਣ ਖੇਡਣ ਜਾਂ ਨੱਚਣ ਗਾਉਣ ਦੀ ਭਾਸ਼ਾ ਨਹੀਂ, ਇਹ ਬਹੁਤ ਗੰਭੀਰ ਵਿਸ਼ਾ ਹੈ ਔਰ ਪੰਜਾਬੀ ਨੂੰ ਹਰ ਖੇਤਰ ਵਿੱਚ ਸਨਮਾਨ ਮਿਲੇ। ਇਸ ਤਰ੍ਹਾਂ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਆਪਣੇ ਬੱਚਿਆਂ ਵਿੱਚ ਪੰਜਾਬੀ ਮਾਂ ਬੋਲੀ ਲਈ ਪਿਆਰ ਕਰਾਂਗੇ ਤਾਂ ਬੱਚੇ ਇਸ ਨੂੰ ਗੰਭੀਰਤਾ ਤੇ ਲਗਨ ਨਾਲ ਇਸ ਨੂੰ ਅਡਾਪਟ ਕਰਨਗੇ, ਇਸ ਨੂੰ ਗ੍ਰਹਿਣ ਕਰਨਗੇ, ਤਾਂ ਇਸ ਦਾ ਭਵਿੱਖ ਰੋਸ਼ਨ ਹੋਏਗਾ। ਇਸ ਦਾ ਦੂਜਾ ਪੁਆਇੰਟ ਹੈ ਉਦੇਸ਼ ਆਧਾਰੀ ਸਿੱਖਿਆ। ਲੈਂਗੁਏਜ ਦੇ, ਭਾਸ਼ਾ ਦੇ ਸਿੱਖਣ ਦੇ ਚਾਰ ਤਰੀਕੇ, ਚਾਰ ਉਦੇਸ਼ ਨੇ। ਜਿੱਦਾਂ ਅਸੀਂ ਪਹਿਲੇ ਗੱਲ ਕੀਤੀ ਸੀ, ਗ੍ਰਹਿਣਾਤਮਕ ਹੈ, ਜੋ ਵੀ ਅਸੀਂ ਭਾਸ਼ਾ ਰਾਹੀਂ ਗ੍ਰਹਿਣ ਕਰਦੇ ਹਾਂ। ਦੂਜੀ ਗੱਲ ਹੈ ਪ੍ਰਗਟਾਤਮਕ, ਵੀ ਜੋ ਅਸੀਂ ਗ੍ਰਹਿਣ ਕੀਤਾ ਬੱਚਾ ਉਸ ਦਾ ਪ੍ਰਗਟਾਵਾ ਕੁਸ਼ਲਤਾ ਨਾਲ ਕਰ ਸਕੇ। ਉਸ ਤੋਂ ਇਲਾਵਾ ਸੁਹਜਾਤਮਕ, ਐਸਥੈਟੀਕਲ ਵੈਲਿਊ, ਸੁੰਦਰਤਾ ਪ੍ਰਤੀ ਜੋ ਖਿੱਚ ਹੈ, ਭਾਵੇਂ ਕਿਸੇ ਪ੍ਰਕਾਰ ਦੀ ਸੁੰਦਰਤਾ ਹੈ ਸਾਹਿਤ ਵਿੱਚ, ਉਸ ਦਾ ਪ੍ਰਗਟਾਵਾ ਕਰ ਸਕਦਾ ਹੋਵੇ। ਔਰ ਯਾਨੀ ਕ੍ਰੀਏਟਿਵਿਟੀ, ਜਿਹੜੀ ਰਚਨਾਤਮਕਤਾ ਸਭ ਤੋਂ ਵੱਡੀ ਗੱਲ ਹੈ। ਅਸੀਂ ਪਹਿਲੇ ਵੀ ਗੱਲ ਕੀਤੀ ਸੀ, ਗ੍ਰਹਿਣਾਤਮਕਤਾ, ਪ੍ਰਗਟਾਤਮਕਤਾ, ਸੁਹਜਾਤਮਕਤਾ ਤਾਂ ਗੱਲ ਹੋ ਜਾਂਦੀ ਹੈ, ਪਰ ਜਦੋਂ ਸਿਰਜਣਾਤਮਕਤਾ ਦੀ ਗੱਲ ਆਉਂਦੀ ਹੈ ਤਾਂ ਬੱਚੇ ਪੰਜਾਬੀ ਪੜ੍ਹਨ ਵਾਲੇ, ਪੰਜਾਬੀ ਦੇ ਸਿੱਖਿਆਰਥੀ, ਵਿਦਿਆਰਥੀ ਉੱਥੇ ਜਾ ਕੇ ਜਿਹੜਾ ਨਾ ਉਹ ਡਾਊਨ ਹੋ ਜਾਂਦੇ, ਉਹ ਫੇਲ ਹੋ ਜਾਂਦੇ। ਇਸ ਕਰਕੇ ਇਹਨਾਂ ਨੂੰ ਬਰਾਬਰ ਮਹੱਤਵ ਦੇਣਾ ਹੈ ਹਰ ਪੱਧਰ ਤੇ। ਹਰ ਪੱਧਰ ਦਾ ਮਤਲਬ ਪ੍ਰਾਇਮਰੀ ਪੱਧਰ ਤੇ, ਮਿਡਲ ਪੱਧਰ ਤੇ, ਸੀਨੀਅਰ ਸੈਕੰਡਰੀ ਪੱਧਰ ਤੇ, ਇਸ ਤੋਂ ਇਲਾਵਾ ਕਾਲਜ ਦੇ ਪੱਧਰ ਤੇ ਪੰਜਾਬੀ ਸਿੱਖਿਆ ਦੇ ਉਦੇਸ਼ ਨਿਯਤ ਹੋਣੇ ਚਾਹੀਦੇ ਹੈ। ਕਿਹਨਾਂ ਵੱਲੋਂ? ਪੰਜਾਬੀ ਦੇ ਮਾਹਰਾਂ, ਭਾਸ਼ਾ ਵਿਗਿਆਨੀਆਂ ਵੱਲੋਂ, ਔਰ ਜੋ ਨੀਤੀਆਂ ਬਣਾਉਂਦੇ ਨੇ ਮਾਂ ਬੋਲੀ ਪੰਜਾਬੀ ਬਾਰੇ, ਜਾਂ ਦੇਸ਼ ਵਿੱਚ ਜੋ ਮੁੱਖ ਭਾਸ਼ਾਵਾਂ ਨੇ, ਬੋਲੀਆਂ ਨੇ, ਉਹਨਾਂ ਬਾਰੇ ਜੋ ਵੀ ਨੀਤੀਆਂ ਬਣਾਉਂਦੇ ਨੇ, ਅਸੀਂ ਉਹਨਾਂ ਨੀਤੀਆਂ ਦੇ ਉਦੇਸ਼ ਤੈਅ ਕਰਨੇ ਨੇ ਤਾਂ ਕਿ ਸਾਨੂੰ ਕਲੈਰਿਟੀ ਹੋਵੇ ਵੀ ਅਸੀਂ ਅਗਲੇ 5 ਸਾਲ, ਅਗਲੇ 10 ਸਾਲ, ਅਗਲੇ 20 ਸਾਲ ਵਿੱਚ ਅਸੀਂ ਕੀ ਉਦੇਸ਼ ਲੈਣੇ ਨੇ, ਕੀ ਟਾਰਗੇਟ ਰੱਖਣੇ ਨੇ, ਉਹਨਾਂ ਨੂੰ ਕਿੱਦਾਂ ਪੂਰੀਆਂ ਕਰਨਾ ਹੈ। ਤੇ ਉਦੇਸ਼ ਆਧਾਰਿਤ ਸਿੱਖਿਆ ਹੋਣੀ ਚਾਹੀਦੀ ਹੈ। ਹਰੇਕ ਪੱਧਰ ਤੇ ਪੰਜਾਬੀ ਸਿੱਖਿਆ ਦੇ ਉਦੇਸ਼ ਨਿਯਤ ਕਰਨੇ ਚਾਹੀਦੇ ਹੈ, ਵਿਗਿਆਨਿਕ ਖੋਜ ਦੇ ਆਧਾਰ ਤੇ ਨਿਯਤ ਕਰਨੇ ਚਾਹੀਦੇ ਹੈ, ਔਰ ਬੱਚਿਆਂ ਦੇ ਅਨੁਕੂਲ ਇਸ ਤਰ੍ਹਾਂ ਦੇ ਸਿਧਾਂਤ ਘੜਨੇ ਚਾਹੀਦੇ, ਉਦੇਸ਼ ਘੜਨੇ ਚਾਹੀਦੇ ਹੈ, ਤਾਂ ਕਿ ਬੱਚੇ ਜੋ ਗ੍ਰਹਿਣਾਤਮਕ ਹੈ, ਪ੍ਰਗਟਾਤਮਕ ਹੈ, ਸੁਹਜਾਤਮਕ ਹੈ ਔਰ ਰਚਨਾਤਮਕ, ਜੋ ਜਿੰਨੇ ਵੀ ਉਦੇਸ਼ ਹੈ, ਉਸ ਸਭ ਨੂੰ ਬਰਾਬਰ ਵਜਨ, ਬਰਾਬਰ ਸੰਤੁਲਨ ਦਿੱਤਾ ਜਾ ਸਕੇ। ਮਾਂ ਬੋਲੀ ਪੰਜਾਬੀ ਦੀਆਂ ਸਮੱਸਿਆਵਾਂ ਦੇ ਸੁਧਾਰ ਦਾ ਜੋ ਅਗਲਾ ਜੋ ਟੌਪਿਕ ਹੋ ਸਕਦਾ ਹੈ, ਉਹ ਹੈ ਨਵੀਨ ਸਿੱਖਿਆ ਵਿਧੀਆਂ। ਨਵੀਨ ਸਿੱਖਿਆ ਵਿਧੀਆਂ ਅੱਜ ਦੇ ਸਮੇਂ ਦੀਆਂ ਹਾਣੀ ਨੇ। ਅੱਜ ਦੇ ਸਮੇਂ ਵਿੱਚ ਉਹ ਪੁਰਾਤਨ, ਬਈ ਬੱਚੋ ਕਿਤਾਬ ਖੋਲੋ, ਇਹ ਚੈਪਟਰ ਪੜ੍ਹ ਲਓ ਔਰ ਇਸ ਜਗ੍ਹਾ ਤੋਂ ਤੁਸੀਂ ਉੱਤਰ ਲੱਭ ਲੈਣਾ। ਹਾਂ, ਥੋੜਾ ਬਹੁਤ ਡਿਸਕਸ ਕੀਤਾ ਤਾਂ ਆਪਣੇ ਕੰਮ ਤੋਂ ਜਿਹੜੇ ਵਿਹਲੇ ਹੋ ਗਏ। ਅੱਜ ਦਾ ਸਮਾਂ ਵਿਗਿਆਨ ਦਾ ਸਮਾਂ, ਤਕਨੀਕ ਦਾ ਸਮਾਂ, ਔਰ ਪੰਜਾਬੀ ਮਾਂ ਬੋਲੀ ਨੂੰ, ਕਿਉਂਕਿ ਬਾਕੀ ਜੋ ਅਸੀਂ ਕਹਿ ਸਕਦੇ, ਅੰਗਰੇਜ਼ੀ ਕਹਿ ਸਕਦੇ ਹਾਂ, ਸਾਇੰਸ ਕਹਿ ਸਕਦੇ ਹਾਂ, SST ਕਹਿ ਸਕਦੇ ਹਾਂ, ਜਿੰਨੇ ਵੀ ਵਿਸ਼ੇ ਨੇ, ਉਹਨਾਂ ਸਭ ਨੇ ਨਵੀਨ ਆਧੁਨਿਕ ਵਿਗਿਆਨਿਕ ਤਕਨੀਕਾਂ ਨੂੰ ਬੜੀ ਖੁੱਲ੍ਹਦਿਲੀ ਨਾਲ ਅਪਣਾਇਆ। ਪਰੰਤੂ ਜਿੱਦਾਂ ਅਸੀਂ ਪਿਛਲੇ ਸਮੱਸਿਆ ਬਾਰੇ ਗੱਲ ਕੀਤੀ ਹੈ ਵੀ ਪੰਜਾਬੀ ਦੇ ਅਧਿਆਪਕਾਂ ਨੇ, ਪੰਜਾਬੀ ਦੇ ਸਿੱਖਿਆਰਥੀਆਂ, ਵਿਦਿਆਰਥੀ ਨੇ ਉਸ ਨੂੰ ਖੁੱਲ੍ਹੇ ਦਿਲ ਨਾਲ ਨਹੀਂ ਅਪਣਾਇਆ। ਉਹਨਾਂ ਵਾਸਤੇ ਜੋ ਆਧੁਨਿਕ ਮੀਡੀਆ ਤਕਨੀਕਾਂ ਨੇ, ਉਹ ਸਿਰਫ ਮਨੋਰੰਜਨ ਦਾ ਸਾਧਨ ਨੇ, ਸਿਰਫ ਮਨ ਨੂੰ ਪਰਚਾਵੇ ਦਾ ਸਾਧਨ ਹੈ। ਪਰੰਤੂ ਜਦੋਂ ਅਸੀਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ, ਉਸੇ ਟੂਲ ਨੂੰ ਅਸੀਂ ਆਪਣੇ ਸਹਾਇਕ ਦੇ ਤੌਰ ਤੇ ਵਰਤਣਾ ਹੈ। ਨਵੀਨ ਸਿੱਖਿਆ ਵਿਧੀਆਂ ਦੀ ਵਰਤੋਂ ਬਹੁਤ ਜ਼ਰੂਰੀ ਹੈ। ਜੋ ਪੰਜਾਬੀ ਹੈ, ਇਹ ਬੜੀ ਪੁਰਾਤਨ ਬੋਲੀ ਕਹੀ ਜਾ ਸਕਦੀ ਹੈ ਤੇ ਇਸ ਵਿੱਚ ਜੋ ਵਾਧਾ ਹੁੰਦਾ ਹੀ ਰਹਿੰਦਾ ਹੈ। ਇਸ ਕਰਕੇ ਇਸ ਨੂੰ ਸਮੇਂ ਦਾ ਹਾਣੀ ਬਣਾਉਣਾ ਚਾਹੀਦਾ ਹੈ। ਅੱਜ ਦੇ ਸਮੇਂ ਜੋ ਪ੍ਰਚਲਿਤ ਤਕਨੀਕਾਂ ਨੇ, ਆਧੁਨਿਕ ਵਿਗਿਆਨਿਕ ਤਕਨੀਕਾਂ ਨੇ, ਸਾਨੂੰ ਉਹਨਾਂ ਦੇ ਨਾਲ ਪੰਜਾਬੀ ਭਾਸ਼ਾ ਨੂੰ ਮੇਲ ਕੇ ਚਲਾਉਣਾ ਚਾਹੀਦਾ ਹੈ। ਆਧੁਨਿਕ ਵਿਗਿਆਨਿਕ ਨਵੀਆਂ ਵਿਧੀਆਂ ਔਰ ਨਵੀਆਂ ਤਕਨੀਕਾਂ ਜੋ ਮਾਹਰਾਂ ਵੱਲੋਂ ਜਾਂ ਭਾਸ਼ਾ ਵਿਗਿਆਨੀਆਂ ਵੱਲੋਂ ਜਾਂ ਤਕਨੀਕੀ ਮਾਹਰਾਂ ਵੱਲੋਂ ਕੱਢੀਆਂ ਜਾਂਦੀਆਂ ਨੇ, ਅਸੀਂ ਉਹਨਾਂ ਨੂੰ ਇਸ ਦਾ ਜੋ ਆਧਾਰ ਬਣਾ ਸਕਦੇ ਹਾਂ। ਇਹਨਾਂ ਸਭ ਦਾ ਜੋ ਆਧਾਰ ਹੈ ਮਨੋਵਿਗਿਆਨਿਕ ਹੋਣਾ ਚਾਹੀਦਾ। ਮਨੋਵਿਗਿਆਨਿਕ ਦਾ ਮਤਲਬ ਹੈ ਬੱਚੇ ਦੀ ਰੁਚੀ,
ਬੱਚੇ ਦੇ ਸਿੱਖਣ ਦੇ ਪੈਟਰਨ ਉੱਪਰ ਨਿਰਭਰ ਹੋਣਾ ਚਾਹੀਦਾ, ਨਾ ਕਿ ਆਪਣਾ ਆਪ ਥੋਪਣ ਦੇ ਤੌਰ ਤੇ ਹੋਣਾ ਚਾਹੀਦਾ। ਤੇ ਇਹ ਜੋ ਨਵੀਨ ਸਿੱਖਿਆ ਵਿਧੀਆਂ ਨੇ ਇਸ ਵਿੱਚ ਰੱਟੇ ਨੂੰ ਦੂਰ ਰੱਖਣਾ ਚਾਹੀਦਾ। ਰੱਟੇ ਦਾ ਮਤਲਬ ਹੈ ਜੋ ਪੁਰਾਤਨ ਤਰੀਕੇ ਨੇ ਨਾ ਰੱਟਾ ਲਗਵਾਉਣ ਦੇ, ਔਰ ਪੰਜਾਬੀ ਨੂੰ ਬੋਝਿਲ ਭਾਸ਼ਾ, ਇੱਕ ਹੈਵੀ, ਇੱਕ ਬੋਝ ਭਰੀ ਭਾਸ਼ਾ ਬਣਾਉਂਦੇ, ਬੱਚਿਆਂ 'ਚ ਰੁਚੀ ਖਤਮ ਕਰ ਦਿੰਦੇ ਨੇ। ਇਸ ਕਰਕੇ ਨਵੀਨ ਸਿੱਖਿਆ ਵਿਧੀਆ, ਕਿਉਂਕਿ ਅੱਜ ਦੇ ਸਮੇਂ ਬੱਚਿਆਂ ਦੇ ਹੱਥਾਂ ਤੋਂ ਮੋਬਾਈਲ ਖੋਇਆ ਨਹੀਂ ਜਾ ਸਕਦਾ, ਬੱਚਿਆਂ ਤੋਂ ਲੈਪਟਾਪ ਜਾਂ ਕੰਪਿਊਟਰ ਦੂਰ ਨਹੀਂ ਕੀਤੇ ਜਾ ਸਕਦੇ। ਅਸੀਂ ਹੁਣ ਬੱਚਿਆਂ ਦੇ ਅੱਗੇ ਉਹਨਾਂ ਚੀਜ਼ਾਂ ਨੂੰ ਰੋਕ ਨਹੀਂ ਸਕਦੇ। ਇਸ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਸ਼ਕਤੀ ਬਣਾਉਣਾ ਹੈ, ਉਹਨਾਂ ਚੀਜ਼ਾਂ ਨੂੰ ਆਪਣਾ ਆਧਾਰ ਬਣਾਉਣਾ ਹੈ, ਤੇ ਇਸ ਚੀਜ਼ ਨੂੰ ਅਸੀਂ ਨਵੀਆਂ ਤਕਨੀਕਾਂ, ਆਧੁਨਿਕ ਤਕਨੀਕਾਂ, ਵਿਗਿਆਨਿਕ ਤਕਨੀਕਾਂ ਨੂੰ ਅਸੀਂ ਪੰਜਾਬੀ ਪੜ੍ਹਾਉਣ ਵਿੱਚ ਥਾਂ ਦੇਣੀ ਹੈ। ਜੇ ਇਹ ਅਸੀਂ ਤਰੀਕਾ ਅਪਣਾਵਾਂਗੇ, ਇਹ ਸਿੱਖਿਆ ਵਿਧੀਆਂ ਅਪਣਾਵਾਂਗੇ, ਨਵੀਨ ਸਿੱਖਿਆ ਵਿਧੀਆਂ, ਤਾਂ ਬੱਚੇ ਸਵੈ ਸਿੱਖਿਆ ਵੱਲ ਵਧੇਰੇ ਜ਼ੋਰ ਦੇ ਸਕਣਗੇ। ਜਿੱਦਾਂ ਕਿ ਆਧੁਨਿਕ ਸਮੇਂ ਵਿੱਚ ਜੋ ਬੱਚੇ ਨੇ ਜ਼ਿਆਦਾਤਰ ਘਰਾਂ ਵਿੱਚ ਰਹਿ ਕੇ ਪੜ੍ਹ ਰਹੇ ਨੇ, ਉਹਨਾਂ ਨੂੰ ਆਨਲਾਈਨ ਵਿੱਦਿਆ ਦਿੱਤੀ ਜਾ ਰਹੀ ਹੈ ਅਲੱਗ-ਅਲੱਗ ਐਪਸ ਦੇ ਜ਼ਰੀਏ, ਤੇ ਇਹ ਜੋ ਬੱਚੇ ਵਿੱਚ ਸਵੈ ਸਿੱਖਿਆ ਦਾ ਜੋ ਗੁਣ ਹੈ ਉਹ ਬਹੁਤ ਵੱਧ ਰਿਹਾ ਹੈ, ਕਿਉਂਕਿ ਬੱਚੇ ਨਵੀਨ ਵਿਧੀਆਂ, ਨਵੀਨ ਸਾਧਨਾ, ਆਧੁਨਿਕ ਤਕਨੀਕੀ ਸਾਧਨਾਂ ਨਾਲ ਘਰ ਬੈਠਿਆਂ ਜਿਹੜਾ ਨਾ ਔਖੇ ਸਮੇਂ ਵਿੱਚ ਪੜ੍ਹਾਈ ਕਰ ਰਹੇ ਨੇ। ਇਸ ਕਰਕੇ ਸਵੈ ਸਿੱਖਿਆ ਦਾ ਜੋ ਭਾਵ ਹੈ ਬੱਚੇ 'ਚ ਪੈਦਾ ਹੁੰਦਾ ਹੈ, ਔਰ ਬੱਚੇ ਇੰਟਰੋਸਪੈਕਸ਼ਨ ਕਰ ਸਕਦੇ, ਬੱਚੇ ਸਵੈ ਪੜਚੋਲ ਕਰ ਸਕਦੇ ਨੇ ਕਿ ਜੋ ਮੇਰਾ ਆਧਾਰ ਹੈ, ਜੋ ਮੈਂ ਸਿੱਖਿਆ ਹੈ ਉਹ ਇਸ ਲੈਵਲ ਦਾ ਹੈ ਕਿ ਨਹੀਂ। ਇਸ ਕਰਕੇ ਸਵੈ ਸਿੱਖਿਆ ਔਰ ਸਵੈ ਪੜਚੋਲ ਜਿਹੜੇ ਨਾ ਉਹ ਨਵੀਨ ਸਿੱਖਿਆ ਵਿਧੀਆਂ ਦਾ ਸਭ ਤੋਂ ਵੱਡਾ ਆਊਟਪੁੱਟ ਹੈ, ਸਭ ਤੋਂ ਵੱਡਾ ਉਤਪਾਦਨ ਹੈ। ਇਸ ਕਰਕੇ ਪੰਜਾਬੀ ਸਿੱਖਿਆ ਦੀਆਂ, ਪੰਜਾਬੀ ਭਾਸ਼ਾ ਦੀਆਂ ਸਿੱਖਿਆ ਦੀਆਂ ਸਮੱਸਿਆਵਾਂ ਦਾ ਸੁਧਾਰ ਕਰਨ ਲਈ ਸਾਨੂੰ ਨਵੀਨ ਸਿੱਖਿਆ ਵਿਧੀਆਂ ਅਪਣਾਉਣੀਆਂ ਚਾਹੀਦੀਆਂ। ਅਗਲਾ ਜੋ ਚੌਥਾ ਇਸ ਦਾ ਪੁਆਇੰਟ ਹੈ, ਯੋਗ ਅਧਿਆਪਕਾਂ ਦੀ ਚੋਣ। ਇੱਥੇ ਮੈਂ ਆਪਣੇ ਲਈ ਵਰਤਣਾ ਚਾਹੁੰਦਾ ਔਰ ਤੁਹਾਡੇ ਲਈ ਵਰਤਣਾ ਚਾਹੁੰਦਾ, ਜੋ ਇਹ ਟੈਸਟ ਹੈ ਤੁਹਾਡਾ, ਇਹ ਸਿਰਫ ਟੈਸਟ ਪਾਸ ਕੀਤਾ, ਨੌਕਰੀ ਲੱਗ ਗਈ, ਫਿਰ ਬੇਫਿਕਰ ਹੋ ਗਏ, ਫਿਰ ਕੋਈ ਨਵੀਂ ਕਿਤਾਬ ਹਰ ਸਾਲ ਜਾਂ ਹਰ ਮਹੀਨੇ, ਹਰ ਹਫਤੇ ਕੋਈ ਨਹੀਂ ਪੜ੍ਹਿਆ, ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ, ਬਸ ਆਪਣੇ ਮਨੋਰੰਜਨ ਲਈ ਮੀਡੀਆ ਨੂੰ ਵਰਤਿਆ, ਇਸ ਤੋਂ ਇਲਾਵਾ ਕੁਝ ਨਹੀਂ ਕੀਤਾ। ਇਸ ਕਰਕੇ ਇਹ ਸਭ ਤੋਂ ਦੋਸ਼ਪੂਰਨ ਜਿਹੜਾ ਵਿਵਹਾਰ ਹੈ ਅਧਿਆਪਕਾਂ ਦਾ। ਇਸ ਕਰਕੇ ਅਧਿਆਪਕਾਂ ਜਦੋਂ ਚੋਣ ਹੋਵੇ, ਇੱਕ ਤਾਂ ਉਹਦੀਆਂ ਡਿਗਰੀਆਂ ਦੇਖਣੀਆਂ ਹੁੰਦੀਆਂ, ਪਰੰਤੂ ਜੋ ਡਿਗਰੀਆਂ, ਜੋ ਡਿਪਲੋਮੇ ਉਸਨੇ ਪ੍ਰਾਪਤ ਕੀਤੇ ਨੇ, ਉਸ ਤੋਂ ਇਲਾਵਾ ਜਦੋਂ ਟੀਚਰ ਦਾ ਇੰਟਰਵਿਊ ਹੋਵੇ, ਉਸ ਦੇ ਆਮਣੇ ਸਾਹਮਣੇ ਪ੍ਰਸ਼ਨ ਉੱਤਰ ਪੁੱਛੇ ਜਾਣ, ਤਾਂ ਇਹ ਬਿਲਕੁਲ ਧਿਆਨ ਰੱਖਣ ਵਾਲੀ ਗੱਲ ਹੈ। ਮਾਹਰਾਂ ਨੂੰ, ਜੋ ਇੰਟਰਵਿਊ ਲੈਣ ਵਾਲੇ ਐਕਸਪਰਟ ਨੇ, ਉਹਨਾਂ ਨੂੰ ਉਸ ਅਧਿਆਪਕ ਦੇ ਪੰਜਾਬੀ ਦੇ ਸ਼ੁੱਧ ਉਚਾਰਨ ਵਿੱਚ ਧਿਆਨ ਦੇਣਾ ਚਾਹੀਦਾ ਹੈ। ਉਸ ਕੋਲੋਂ ਵਾਚਨ ਯਾਨੀ ਰੀਡਿੰਗ ਕਰਾਉਣੀ ਚਾਹੀਦੀ ਹੈ। ਜੋ ਉਸ ਦਾ ਉਚਾਰਨ ਹੈ, ਜੋ ਉਸ ਦਾ ਵਾਚਨ ਹੈ, ਜੋ ਰੀਡਿੰਗ ਹੈ, ਔਰ ਜੋ ਐਕਸਪ੍ਰੈਸ਼ਨ ਹੈ, ਜੋ ਆਪਣਾ ਪ੍ਰਗਟਾਵੇ ਦਾ ਸਾਧਨ ਹੈ, ਉਹ ਮਿਆਰੀ ਯਾਨੀ ਸਟੈਂਡਰਡ ਵਾਲਾ ਹੋਣਾ ਚਾਹੀਦਾ ਹੈ। ਜੇਕਰ ਉਸ ਵਿੱਚ ਉਪਬੋਲੀ ਦੀ ਬਹੁਤ ਜ਼ਿਆਦਾ ਪ੍ਰਭਾਵ ਆਉਂਦਾ ਹੈ, ਉਸ ਨੂੰ ਫਿਰ ਉਸ 'ਤੇ ਸੁਧਾਰ ਕਰਨ ਲਈ ਕਿਹਾ ਜਾ ਸਕਦਾ ਹੈ। ਜਦੋਂ ਤੱਕ ਉਹ ਮਿਆਰੀ ਸਟੈਂਡਰਡ ਤੱਕ ਨਾ ਪਹੁੰਚ ਜਾਵੇ, ਯਾਨੀ ਪੰਜਾਬੀ ਦਾ ਸਟੈਂਡਰਡਾਈਜ਼ ਜੋ ਰੂਪ ਹੈ ਉਸ ਤੱਕ ਨਾ ਪਹੁੰਚ ਜਾਏ, ਉਦੋਂ ਤੱਕ ਉਸ ਦਾ ਸਿਲੈਕਸ਼ਨ ਨਹੀਂ ਕਰਨਾ ਚਾਹੀਦਾ। ਔਰ ਪੰਜਾਬੀ ਦੇ ਅਧਿਆਪਕ ਨੂੰ ਚੋਣ ਕਰਨ ਤੋਂ ਪਹਿਲਾਂ ਇਹ ਮਾਹਿਰਾਂ ਨੂੰ, ਇੰਟਰਵਿਊ ਵਾਲਿਆਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਉਸ ਦਾ ਪੰਜਾਬੀ ਬੋਲਣ ਦਾ, ਪੰਜਾਬੀ ਸਮਝਣ ਦਾ ਜੋ ਪਿਛੋਕੜ ਹੈ ਬਹੁਤ ਸਟਰੋਂਗ, ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ। ਉਸ ਦੀ ਭਾਸ਼ਾ ਚੰਗੀ ਹੋਣੀ ਚਾਹੀਦੀ ਹੈ, ਤਾਂ ਹੀ ਇਹ ਜੋ ਅਧਿਆਪਕ ਹੈ ਇੱਕ ਅਧਿਆਪਕ ਬਣ ਕੇ ਸਤਿਕਾਰ ਪਾ ਸਕਦਾ ਹੈ, ਬੱਚੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਰੁਚੀ ਪਾ ਸਕਦਾ ਹੈ। ਨਹੀਂ ਤਾਂ ਇੱਕ ਬੋਰ ਅਧਿਆਪਕ ਬਣ ਜਾਏਗਾ ਜਿਹੜਾ ਕਿ ਸਿਰਫ ਤਨਖਾਹ ਲੈਣ ਯੋਗ ਹੈ, ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਔਰ ਅਗਲੀ ਪੀੜ੍ਹੀ ਲਈ ਪੰਜਾਬੀ ਲਈ ਉਸਦਾ ਕੋਈ ਯੋਗਦਾਨ ਨਹੀਂ ਹੈ। ਬਹੁਤ ਦੁੱਖ ਦੀ ਗੱਲ ਹੈ, ਪਰੰਤੂ ਇਹ ਸੁਧਾਰ ਸਾਨੂੰ ਜ਼ਰੂਰ ਲਿਆਉਣਾ ਚਾਹੀਦਾ ਹੈ, ਔਰ ਇਸ ਬਾਰੇ ਅਧਿਆਪਕਾਂ ਨੂੰ ਵੀ ਸੋਚਣਾ ਚਾਹੀਦਾ ਹੈ, ਔਰ ਉਹਨਾਂ ਦੀ ਜੋ ਸਿਲੈਕਸ਼ਨ ਕਰਨ ਵਾਲੇ ਹੈ ਉਹਨਾਂ ਨੂੰ ਵੀ ਡਿਗਰੀਆਂ ਤੇ ਦੇਖਣੀ ਹੈ, ਪਰੰਤੂ ਡਿਗਰੀ ਨਾਲ ਉਸਦੀ ਪੰਜਾਬੀ ਭਾਸ਼ਾ ਦਾ ਬੋਲਣ ਦਾ ਤਰੀਕਾ, ਸਮਝਣ ਦਾ, ਵਾਚਨ ਨਹੀਂ ਪੜ੍ਹਨ ਦਾ ਤਰੀਕਾ ਉਹ ਸ਼ੁੱਧ ਮਿਆਰੀ ਸਟੈਂਡਰਡ ਵਾਲਾ ਹੋਣਾ ਚਾਹੀਦਾ ਹੈ। ਪੰਜਵਾਂ ਦਾ ਤਰੀਕਾ ਹੈ ਉਹ ਸੈਮੀਨਾਰ ਤੇ ਵਰਕਸ਼ਾਪਾਂ ਦਾ ਆਯੋਜਨ ਸਮੇਂ-ਸਮੇਂ ਤੇ ਕਰਨਾ ਚਾਹੀਦਾ ਹੈ। ਮਹੀਨਾਵਾਰ ਜਾਂ ਸਾਲਾਨਾ ਤੌਰ ਤੇ ਵਰਕਸ਼ਾਪ ਜਾਂ ਸੈਮੀਨਾਰ ਕਰਨਾ, ਔਰ ਸੈਮੀਨਾਰ ਕਰਾਉਣ ਦਾ ਜੋ ਮਕਸਦ ਹੈ ਸਿਰਫ ਗ੍ਰਾਂਟਾਂ ਖਰਚਣਾ ਜਾਂ ਫਾਰਮੈਲਿਟੀ ਨਾ ਹੋਵੇ, ਉਸ ਦਾ ਕੋਈ ਨਾ ਕੋਈ ਆਊਟਪੁੱਟ, ਕੋਈ ਨਾ ਕੋਈ ਉਸਦਾ ਉਤਪਾਦਨ ਜਾਂ ਕੋਈ ਨਾ ਕੋਈ ਨਤੀਜਾ ਨਿਕਲਦਾ ਹੋਵੇ। ਸਮੇਂ-ਸਮੇਂ ਤੇ ਇਹ ਵਰਕਸ਼ਾਪਾਂ ਔਰ ਸੈਮੀਨਾਰ ਕਰਨੇ ਚਾਹੀਦੇ। ਪੰਜਾਬੀ ਭਾਸ਼ਾ ਦੇ ਮਾਹਰਾਂ ਨੂੰ ਔਰ ਤਕਨੀਸ਼ੀਅਨਾਂ ਨੂੰ ਬੁਲਾਉਣਾ ਚਾਹੀਦਾ ਤਾਂ ਜੋ ਉਹ ਆਪਣੇ ਤਰੀਕੇ ਨਾਲ ਅੱਜ ਦੇ ਸਮੇਂ ਦੇ ਹਾਣੀ ਬਣਨ ਲਈ ਪੰਜਾਬੀ ਮਾਂ ਬੋਲੀ ਨੂੰ ਉਹ ਨਵੇਂ ਸੁਝਾਅ ਦੇ ਸਕਣ, ਔਰ ਇਸ ਜੋ ਸਮੱਸਿਆਵਾਂ ਨੇ, ਜਿਹੜੇ ਉਸਦੇ ਉਪਾਅ ਨੇ, ਉਸਦਾ ਬੜੀ ਤਨਦੇਹੀ ਨਾਲ ਵਟਾਂਦਰਾ ਕਰਨਾ ਚਾਹੀਦਾ ਹੈ। ਔਰ ਇਹ ਜੋ ਕਾਰਜ ਹੈ ਸਿਰਫ ਮੌਜ ਮੇਲਾ, ਖਾਣ ਪੀਣ ਜਾਂ ਸਮਾਂ ਪਾਸ ਕਰਕੇ, ਗ੍ਰਾਂਟਾਂ ਖਰਚ ਕੇ, ਸਰਕਾਰੀ ਪੈਸੇ ਦੀ ਤਬਾਹੀ ਕਰਕੇ ਘਰ ਜਾਣ ਵਾਲਾ ਨਹੀਂ, ਔਰ ਆਪਣਾ ਤਮਗਾ ਲਗਾਉਣ ਵਾਲੇ ਨਹੀਂ ਕਿ ਦੇਖੋ ਅਸੀਂ ਇੱਕ ਸੈਮੀਨਾਰ ਕਰਾਇਆ ਪੰਜਾਬੀ ਮਾਂ ਬੋਲੀ ਤੇ, ਪਰੰਤੂ
ਇਸ ਦੇ ਸਮੱਸਿਆਵਾਂ ਦੇ ਉਪਾਅ ਔਰ ਇਸ ਦੇ ਜੋ ਆਊਟਪੁੱਟ ਉਸ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਔਰ ਸੁਧਾਰ ਲਈ ਜ਼ਰੂਰ ਕੋਈ ਕਾਰਜ ਕਰਨਾ ਚਾਹੀਦਾ ਹੈ। ਔਰ ਨਾਲ ਹੀ ਹਰੇਕ ਅਧਿਆਪਕ ਲਈ, ਜਿੰਨੇ ਵੀ ਪੰਜਾਬੀ ਦੇ ਅਧਿਆਪਕ ਨੇ, ਇਹਨਾਂ ਸੈਮੀਨਾਰਾਂ ਵਰਕਸ਼ਾਪਾਂ ਵਿੱਚ ਹਾਜ਼ਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ। ਸਾਲ ਵਿੱਚ ਘੱਟੋ ਘੱਟ ਇੱਕ ਸੈਮੀਨਾਰ ਜਾਂ ਵਰਕਸ਼ਾਪ 'ਤੇ ਜਾਏ ਔਰ ਉਸ ਦੀ ਜੋ ਗ੍ਰੇਡ ਲੱਗਣੇ ਨੇ, ਉਸ ਨੂੰ ਜੋ ਤਰੱਕੀ ਮਿਲਣੀ ਹੈ, ਉਸ ਦੀ ਉਹਨਾਂ ਸੈਮੀਨਾਰਾਂ ਵਿੱਚ ਸ਼ਿਰਕਤ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਉਹ ਸ਼ਿਰਕਤ ਬੜੀ ਇਮਾਨਦਾਰੀ, ਤਨਦੇਹੀ ਨਾਲ ਹੋਣੀ ਚਾਹੀਦੀ ਹੈ, ਫਾਰਮੈਲਿਟੀ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਲਿਖਿਤ ਅਪਗ੍ਰੇਡੇਸ਼ਨ ਵੀ ਹੋਣੀ ਚਾਹੀਦੀ ਹੈ, ਯਾਨੀ ਉਹਨਾਂ ਨੂੰ ਲਿਖਤੀ ਤੌਰ ਤੇ ਉਹਨਾਂ ਨੇ ਕੀ ਸਿੱਖਿਆ, ਉਹ ਜੋ ਸਾਰੇ ਨਹੀਂ ਪੂਰੀ ਇਮਾਨਦਾਰੀ ਨਾਲ ਵਰਕਸ਼ਾਪਾਂ ਔਰ ਜਿਹੜੇ ਸੈਮੀਨਾਰ ਨੇ ਕਰਾਉਣੇ ਔਰ ਉਹਨਾਂ ਦੀ ਆਊਟਪੁੱਟ ਦੇਖਣੀ ਔਰ ਉਹਨਾਂ ਦੇ ਆਧਾਰ ਤੇ ਟੀਚਰਸ ਦੀ ਅਗਲੀ ਜੋ ਪ੍ਰਮੋਸ਼ਨ ਹੈ, ਅਗਲੀ ਜੋ ਇਨਸੈਂਟਿਵਸ ਮਿਲਨੇ, ਉਹਨਾਂ ਦਾ ਧਿਆਨ ਰੱਖਣਾ। 6ਵਾਂ ਪੁਆਇੰਟ ਹੈ ਸਹਾਇਕ ਸਮੱਗਰੀ ਦੀ ਵਰਤੋਂ। ਜਦੋਂ ਵੀ ਅਸੀਂ ਪੰਜਾਬੀ ਅਧਿਆਪਨ, ਪੰਜਾਬੀ ਸਿੱਖਣ ਵਿੱਚ ਸਮੱਸਿਆ ਨੂੰ ਦੂਰ ਕਰਨਾ ਹੈ ਤਾਂ ਸਾਡੇ ਕੋਲ ਉਹ ਪਰੰਪਰਾਗਤ, ਪੁਰਾਤਨ ਔਰ ਢਰਰੇ ਵਾਲੀ ਜੋ ਤਰੀਕਾ ਉਹ ਨਹੀਂ ਹੋਣਾ ਚਾਹੀਦਾ। ਸਾਨੂੰ ਜਿਹੜੀ ਆਪਣੀ ਇੱਕ ਸਮੱਗਰੀ ਹੈ, ਸਾਡੇ ਕੋਲ ਕਿਹੜੀ ਸਮੱਗਰੀ ਕਲਾਸ ਵਿੱਚ, ਇੱਕ ਤਾਂ ਬੱਚੇ ਕੋਲ ਉਹਦੀ ਪੁਸਤਕ ਹੈ, ਇੱਕ ਉਹਦੀ ਕਾਪੀ ਹੈ। ਮੇਰੀ ਨਾ ਤਾਂ ਕੋਈ ਤਿਆਰੀ ਹੈ, ਨਾ ਕੋਈ ਡਾਇਰੀ ਹੈ ਤੇ ਨਾ ਕੋਈ ਪੁਸਤਕ ਹੈ ਮੇਰੇ ਕੋਲ, ਯਾਨੀ ਮੈਂ ਬਿਨਾਂ ਤਿਆਰੀ ਦੇ ਸਿਰਫ ਪੀਰੀਅਡ ਲੈਣ ਲਈ ਕਲਾਸ ਵਿੱਚ ਗਿਆ। ਜਦੋਂ ਅਸੀਂ ਪੰਜਾਬੀ ਭਾਸ਼ਾ ਦੀਆਂ, ਅਧਿਆਪਨ ਦੀਆਂ, ਸਿੱਖਿਆ ਦੀਆਂ ਸਮੱਸਿਆ ਨੂੰ ਦੂਰ ਕਰਨਾ ਹੈ ਤਾਂ ਇਸ ਵਿੱਚ ਮੈਨੂੰ ਯਾਨੀ ਅਧਿਆਪਕ ਨੂੰ ਸੁਚੇਤ ਹੋਣਾ ਪਏਗਾ। ਸਹਾਇਕ ਸਮੱਗਰੀ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਹੈ, ਕਿਉਂਕਿ ਅੱਜ ਦੇ ਸਮੇਂ ਦੀ ਜੋ ਸਿੱਖਿਆ ਦੀਆਂ ਵਿਧੀਆਂ ਨੇ, ਸਿੱਖਿਆ ਦੇ ਸਿਧਾਂਤ ਨੇ, ਉਹਨਾਂ ਵਿੱਚ ਪੁਸਤਕ ਤੋਂ ਇਲਾਵਾ ਜਿਤਨੀ ਵੀ ਸਹਾਇਕ ਸਮੱਗਰੀ ਹੈ ਨਾ, ਉਹਦੀ ਵਰਤੋਂ ਦਾ ਬਹੁਤ ਜ਼ਿਆਦਾ ਅਸਰ ਹੈ। ਕਿਉਂਕਿ ਜੇ ਅਸੀਂ 4 ਕੌਸ਼ਲ ਮੰਨੇ ਹੈ, ਬੱਚਾ ਪੜ੍ਹ ਸਕਦਾ, ਲਿਖ ਸਕਦਾ, ਸੁਣ ਸਕਦਾ, ਬੋਲ ਸਕਦਾ, ਉਹ ਸਿਰਫ ਪੁਸਤਕ ਨਾਲ ਨਹੀਂ ਕੰਮ। ਉਹ ਤੇ ਰੀਡ ਮੈਂ ਕਰਾਂ, ਬੱਚੇ ਸੁਣਨ, ਆਨਸਰ ਕਰ ਲੈਣ, ਉਹਦੇ ਨਾਲ ਪੰਜਾਬੀ ਭਾਸ਼ਾ ਅਮੀਰ, ਰਿਚ, ਐਕਸਪਰਟ ਯਾਨੀ ਕੌਸ਼ਲਤਾ ਵਾਲੀ ਨਹੀਂ ਹੋਏਗੀ। ਇਸ ਕਰਕੇ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਨੂੰ ਇਸ ਦੀ ਸਹਾਇਕ ਸਮੱਗਰੀ ਦੀ ਤਿਆਰੀ ਕਰਨ, ਇਸ ਦੇ ਵਰਤਨ ਦੇ ਮੌਕੇ ਮਿਲਣੇ ਚਾਹੀਦੇ ਹੈ। ਉਸ ਵਿੱਚ ਜ਼ੀਲ, ਉਸ ਵਿੱਚ ਜੋਸ਼ ਹੋਣਾ ਚਾਹੀਦਾ ਹੈ ਕਿ ਮੈਂ ਜਮਾਤ ਵਿੱਚ ਜਾ ਰਿਹਾ, ਪੁਸਤਕ ਤੋਂ ਇਲਾਵਾ ਜਿੰਨੀ ਵੀ ਸਹਾਇਕ ਸਮੱਗਰੀ ਵੱਧ ਤੋਂ ਵੱਧ ਇਸਤੇਮਾਲ ਕਰ ਸਕਾਂ, ਤਾਂ ਜੋ ਬੱਚਿਆਂ ਦੇ, ਅਸੀਂ ਆਗਮਨ ਤੇ ਨਿਗਮਨ ਵਿਧੀ ਦੇ ਬਾਰੇ ਦੇਖਿਆ ਕਿ ਜੋ ਆਗਮਨ ਵਿਧੀ ਹੈ ਉਸ ਵਿੱਚ ਬੱਚਿਆਂ ਦੇ ਮਨ ਮਸਤਿਸ਼ਕ ਵਿੱਚ, ਉਹਦੇ ਦਿਮਾਗ ਵਿੱਚ ਜੋ ਸਮੱਗਰੀ ਹੈ, ਇਸ ਨੂੰ ਚੰਗੀ ਤਰ੍ਹਾਂ ਬਿਠਾ ਦਿੱਤਾ ਜਾਂਦਾ, ਜ਼ਿੰਦਗੀ ਭਰ ਨਹੀਂ ਭੁੱਲਦਾ। ਇਹ ਤਾਂ ਹੋ ਸਕਦਾ ਹੈ ਜੇ ਅਧਿਆਪਕ ਨੂੰ ਸਹਾਇਕ ਸਮੱਗਰੀ ਦੀ ਤਿਆਰੀ ਕਰਨ ਸਮੇਂ ਔਰ ਵਰਤਨ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਆ। ਹਾਂ, ਜੇਕਰ ਕੋਈ ਅਧਿਆਪਕ ਦੀ ਜੋ ਹੈਸੀਅਤ ਹੈ ਇਸ ਦੇ ਲਾਇਕ ਨਹੀਂ ਹੈ, ਹੈਸੀਅਤ ਦਾ ਮਤਲਬ ਆਰਥਿਕ ਤੌਰ ਤੇ ਜਾਂ ਕੁਸ਼ਲਤਾ ਦੇ ਤੌਰ ਤੇ ਇਸ ਦੇ ਲਾਇਕ ਨਹੀਂ ਹੈ, ਤਾਂ ਫਿਰ ਉਸ ਦੀ ਸਿਖਲਾਈ ਦੇ ਔਰ ਆਰਥਿਕ ਸਹਾਇਤਾ ਦੇ ਬੰਦੋਬਸਤ ਵੀ ਸਕੂਲ ਨੂੰ ਜਾਂ ਪ੍ਰਬੰਧਨ ਨੂੰ ਕਰਨੇ ਚਾਹੀਦੇ ਹੈ। ਜਦੋਂ ਅਧਿਆਪਕ ਖੁਦ ਸਹਾਇਕ ਸਮੱਗਰੀ ਤਿਆਰ ਕਰਨਗੇ, ਉਸ ਨੂੰ ਵਰਤਣਗੇ ਔਰ ਇਸ ਦੇ ਬਾਰੇ ਪ੍ਰਬੰਧਨ ਯਾਨੀ ਜੋ ਮੈਨੇਜਮੈਂਟ ਉਸ ਦੀ ਮਦਦ ਕਰੇਗਾ, ਤਾਂ ਅਧਿਆਪਕ ਵਿੱਚ ਪੰਜਾਬੀ ਅਧਿਆਪਕ ਸਿਰਜਣਾਤਮਕਤਾ, ਕ੍ਰੀਏਟਿਵਿਟੀ ਆਏਗੀ। ਕਈ ਵਾਰ ਅਧਿਆਪਕ ਵਿੱਚ ਕ੍ਰੀਏਟਿਵਿਟੀ ਨਹੀਂ ਹੁੰਦਾ, ਸ਼ਰਮ ਕਰਕੇ ਨਹੀਂ ਹੁੰਦੀ ਜਾਂ ਕਿਸੇ ਹੋਰ ਕਾਰਨ ਕਰਕੇ। ਜਦੋਂ ਉਸ ਨੂੰ ਕਰਨ ਦੀ ਆਦਤ ਪੈ ਜਾਏਗੀ, ਸਹਾਇਕ ਸਮੱਗਰੀ ਤਿਆਰ ਕਰਨ ਦੀ, ਉਸ ਵਿੱਚ ਸਿਰਜਣਾਤਮਕਤਾ, ਕ੍ਰੀਏਟਿਵਿਟੀ, ਔਰ ਫਿਰ ਉਹ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਲੈ ਕੇ ਜਦੋਂ ਇਸ ਸਹਾਇਕ ਸਮੱਗਰੀ ਦੀ ਵਰਤੋਂ ਕਰੇਗਾ ਤਾਂ ਪੰਜਾਬੀ ਸਿੱਖਣ ਜੋ ਹੈ ਸਮੱਸਿਆਵਾਂ ਦਾ ਸੁਧਾਰ ਹੋਏਗਾ। ਜਮਾਤ ਵਿੱਚ ਜੋ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ ਉਸ ਨੂੰ ਪਹਿਲੇ ਪਲਾਨ ਕਰਕੇ ਅਧਿਆਪਕ ਵੱਲੋਂ ਉਸ ਦੇ ਚਾਰਟ, ਉਸ ਦੇ ਮਾਡਲ, ਉਸ ਬਾਰੇ ਕੋਈ ਨਕਸ਼ੇ, ਕੋਈ ਮੀਡੀਆ ਦਾ ਸਾਧਨ ਹੈ, ਭਾਵੇਂ ਕੋਈ ਆਡੀਓ ਹੈ, ਵੀਡੀਓ ਹੈ ਜਾਂ ਪ੍ਰੋਜੈਕਟਰ ਹੈ, ਜਿਹੜੀਆਂ ਵੀ ਚੀਜ਼ਾਂ ਨੇ ਉਹਨਾਂ ਸਾਰਿਆਂ ਦਾ ਪ੍ਰਯੋਗ ਅਧਿਆਪਕ ਨੂੰ ਕਰਨਾ ਚਾਹੀਦਾ ਤਾਂ ਜੋ ਸੁਧਾਰ ਕੀਤਾ ਜਾ ਸਕੇ ਪੰਜਾਬੀ ਦੇ ਸਿੱਖਣ ਵਿੱਚ। ਪੰਜਾਬੀ ਵਿੱਚ ਭਾਸ਼ਾ ਦੀ ਪ੍ਰਯੋਗਸ਼ਾਲਾ ਦੀ ਵਰਤੋਂ ਬਹੁਤ ਹੋਣੀ ਚਾਹੀਦੀ ਹੈ। ਇਹ ਅੱਜ ਦੇ ਸਮੇਂ ਦੀ ਮੰਗ ਹੈ। ਇਹ ਮਾਡਰਨ ਟੈਕਨੀਕ ਹੈ, ਵਿਗਿਆਨਿਕ ਵਿਧੀ ਹੈ, ਜਿਸ ਰਾਹੀਂ ਬੱਚੇ ਦੇ ਮਨ ਮਸਤਿਸ਼ਕ ਵਿੱਚ, ਉਸ ਦੇ ਅੰਦਰ ਅਨਕੌਂਸ਼ੀਅਸ ਵਿੱਚ ਪੰਜਾਬੀ ਦਾ ਮੁੱਢਲਾ ਗਿਆਨ, ਪ੍ਰਪੱਕ ਗਿਆਨ ਪਾਇਆ ਜਾ ਸਕਦਾ ਹੈ। ਸਮੇਂ ਦੀ ਮੰਗ ਹੈ। ਔਰ ਸਿੱਖਿਆ ਪ੍ਰਤੀ ਜੇ ਅਸੀਂ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਣਾ ਹੈ, ਜੇ ਸਾਇੰਟੀਫਿਕ ਅਪਰੋਚ ਅਪਣਾਉਣੀ ਹੈ, ਤਾਂ ਸਾਡੇ ਕੋਲ ਭਾਸ਼ਾ, ਪੰਜਾਬੀ ਭਾਸ਼ਾ ਦੀ ਪ੍ਰਯੋਗਸ਼ਾਲਾ ਹੋਣੀ ਚਾਹੀਦੀ ਹੈ। ਭਾਸ਼ਾ ਦੀ ਪ੍ਰਯੋਗਸ਼ਾਲਾ ਦਾ ਕੀ ਕੰਮ ਹੈ ਕਿ ਉਹ ਸਾਡੇ 4 ਜਿਹੜੇ ਮੇਨ ਕੌਸ਼ਲ ਨੇ ਪੰਜਾਬੀ ਦੇ, ਭਾਸ਼ਾ ਦੇ, ਕਿਸੇ ਵੀ ਭਾਸ਼ਾ ਦੇ, ਬੱਚਾ ਚੰਗਾ ਭਾਸ਼ਾ ਨੂੰ ਸੁਣ ਸਕਦਾ ਹੋਵੇ, ਉਸ ਨੂੰ ਬੋਲ ਸਕਦਾ ਹੋਵੇ, ਪੜ੍ਹ ਤੇ ਲਿਖ ਸਕਦਾ ਹੋਵੇ ਤੇ ਇਸ ਬਾਰੇ ਆਪਣੇ ਵਿਚਾਰ ਵਿਅਕਤ ਕਰ ਸਕਦਾ ਹੋਵੇ। ਇਹ ਜੋ ਕੌਸ਼ਲ ਨੇ ਜੇ ਅਸੀਂ ਬੱਚੇ ਡਿਵੈਲਪ ਕਰਨੇ ਆ ਤਾਂ ਫਿਰ ਸਾਨੂੰ ਭਾਸ਼ਾ
ਪ੍ਰਯੋਗਸ਼ਾਲਾ ਦੀ ਲੋੜ ਹੋਵੇਗੀ। ਔਰ ਇਸ ਨਾਲ ਕੀ ਫਾਇਦਾ, ਸਭ ਤੋਂ ਵੱਡਾ ਫਾਇਦਾ ਕਿ ਜੋ ਗੈਰ ਪੰਜਾਬੀ ਭਾਸ਼ੀ ਬੱਚੇ ਨੇ ਜਿਹੜੇ ਕਿ ਪੰਜਾਬੀ ਭਾਸ਼ਾ ਤੋਂ ਜਾਂ ਫਿਰ ਉਹ ਬੱਚੇ ਵੀ ਜਿਹੜੇ ਕਿਸੇ ਪੇਂਡੂ ਪਿੱਠ ਭੂਮੀ ਤੋਂ ਆਉਂਦੇ ਆ ਜਾਂ ਪੰਜਾਬ ਦੀਆਂ ਪੰਜਾਬੀ ਦੀਆਂ ਜੋ ਉਪ ਬੋਲੀਆਂ ਨੇ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਉਹਨਾਂ ਦੇ ਬੋਲ ਚਾਲ ਤੇ ਉਹਨਾਂ ਦੇ ਐਕਸੈਂਟ ਤੇ ਹੁੰਦਾ ਹੈ, ਉਹਦੇ ਲਹਿਜੇ ਤੇ ਹੁੰਦਾ ਹੈ। ਉਹ ਜੋ ਦੋਸ਼ ਹੈ ਉਹ ਇਸ ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਨਾਲ ਗੈਰ ਪੰਜਾਬੀ ਭਾਸ਼ੀ ਬੱਚੇ ਨੂੰ ਵੀ ਨਿਯਮਿਤ ਤੌਰ ਤੇ ਰੈਗੂਲਰ ਤੌਰ ਤੇ ਇਸ ਭਾਸ਼ਾ ਪ੍ਰਯੋਗਸ਼ਾਲਾ ਵਿੱਚ ਜਾਣਾ ਚਾਹੀਦਾ ਹੈ। ਉਸ ਲਈ ਕੋਈ ਵਾਧੂ ਜਿਹੜੇ ਖਰਚੇ ਕਰਨ ਦੀ ਲੋੜ ਨਹੀਂ। ਥੋੜ੍ਹੇ ਜਿਹੇ ਖਰਚੇ ਕਰਨ ਨਾਲ ਹੀ ਇਹ ਪੰਜਾਬੀ ਮਾਂ ਬੋਲੀ ਬਾਰੇ ਇੱਕ ਭਾਸ਼ਾ ਪ੍ਰਯੋਗਸ਼ਾਲਾ, ਇੱਕ ਲੈਂਗੁਏਜ ਲੈਬ ਬਣਾਈ ਜਾ ਸਕਦੀ ਹੈ। ਉਸ ਲਈ ਸਾਨੂੰ ਆਡੀਓ ਔਰ ਵੀਡੀਓ ਟਰੈਕਸ ਚਾਹੀਦੇ ਨੇ ਔਰ ਇੱਕ ਡਿਸਪਲੇ ਚਾਹੀਦੀ ਹੈ। ਇਸ ਤੋਂ ਇਲਾਵਾ ਹੈੱਡਫੋਨਸ ਚਾਹੀਦੇ ਹੈ। ਇਹ ਥੋੜ੍ਹੇ ਜਿਹੇ ਖਰਚੇ ਨਾਲ ਅਸੀਂ ਸਦਾ ਲਈ, ਹਮੇਸ਼ਾ ਲਈ, ਲੌਂਗ ਟਰਮ ਅਸੀਂ ਇੱਕ ਭਾਸ਼ਾ ਪ੍ਰਯੋਗਸ਼ਾਲਾ ਦੀ ਪੰਜਾਬੀ ਲਈ ਵੀ, ਹਿੰਦੀ ਲਈ ਵੀ, ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਲਈ ਅਸੀਂ ਇੱਕ ਛੋਟੇ ਜਿਹੇ ਉਦਮ ਨਾਲ ਭਾਸ਼ਾ ਪ੍ਰਯੋਗਸ਼ਾਲਾ ਦੀ ਸਥਾਪਤੀ ਆਪਣੇ ਸਕੂਲ ਵਿੱਚ ਕਰ ਸਕਦੇ। ਇਹ ਬਹੁਤ ਜ਼ਰੂਰੀ ਚੀਜ਼ ਹੈ। 8ਵਾਂ ਜਿਹੜਾ ਸਾਡਾ ਪੁਆਇੰਟ ਹੈ, ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ। ਜਿੱਦਾਂ ਦੀ ਸਾਡੀ ਪੁਰਾਤਨ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੀ ਆ ਰਹੀ ਪ੍ਰੀਖਿਆ ਪ੍ਰਣਾਲੀ ਹੈ, ਅਧਿਆਪਨ ਪ੍ਰਣਾਲੀ ਤੇ ਅਸੀਂ ਗੱਲ ਕਰ ਚੁੱਕੇ ਹਾਂ। ਜੋ ਪ੍ਰੀਖਿਆ ਪ੍ਰਣਾਲੀ ਉਸ ਵਿੱਚ ਬੜੇ ਵੱਡੇ ਬਦਲਾਵ ਦੀ ਲੋੜ ਹੈ। ਜਿਵੇਂ ਕਿ ਇਸ ਸਮੇਂ CBSE ਆਪਣੇ ਸਾਰੇ ਪਾਠ్యਕ੍ਰਮ, ਆਪਣੇ ਕਰਿਕੂਲਮ ਵਿੱਚ, ਆਪਣੇ ਸਿਲੇਬਸ ਵਿੱਚ ਇਸ ਸਾਰੇ ਨੂੰ ਮਾਰਕਸ ਦੇ ਤੌਰ ਤੇ, ਨੰਬਰਾਂ ਦੇ ਤੌਰ ਤੇ ਇਸ ਨੂੰ ਪੂਰੀ ਮਹੱਤਤਾ ਦੇ ਚੁੱਕੀ ਹੈ। ਬੱਚੇ 80 ਨੰਬਰ ਦਾ ਪੇਪਰ ਕਰਦੇ ਨੇ, ਪਰੰਤੂ ਜੋ 20 ਨੰਬਰ ਦੇ ਪੇਪਰ ਨੇ ਉਹ ਸਾਰੇ ਜਿਹੜੇ ਨੇ ਨਾ ਉਹ 4 ਕੌਸ਼ਲਾਂ ਤੇ ਆਧਾਰਿਤ ਨੇ। 4 ਕੌਸ਼ਲ ਦਾ ਮਤਲਬ ਬੱਚੇ ਭਾਸ਼ਾ ਸਿੱਖਦੇ ਹੋਏ ਸੁਣ, ਬੋਲ, ਲਿਖ ਔਰ ਸਮਝ ਸਕਦੇ ਹੋਣ। ਇਹ ਜੋ ਸੁਣ, ਬੋਲ, ਪੜ੍ਹ, ਲਿਖ ਸਕਦੇ ਹੋਣ, ਇਹ ਜੋ 4 ਕੌਸ਼ਲ ਨੇ ਇਹਨਾਂ ਨੂੰ ਥਾਂ ਦੇਣੀ ਬੜੀ ਜ਼ਰੂਰੀ ਹੈ। ਇਸ ਕਰਕੇ 20% ਜੋ ਮਾਰਕਸ ਨੇ ਇਸ ਦੇ ਰੱਖੇ ਜਾਂਦੇ ਆ, ਰੱਖੇ ਜਾਣੇ ਚਾਹੀਦੇ ਨੇ। ਲਿਖਤੀ ਪ੍ਰੀਖਿਆ ਦੇ ਨਾਲ ਨਾਲ ਬੱਚੇ ਦੇ ਕੌਸ਼ਲ, 4 ਕੌਸ਼ਲ ਜੋ ਅਸੀਂ ਦੱਸੇ ਨੇ, ਬੱਚਾ ਪੰਜਾਬੀ ਭਾਸ਼ਾ ਮਾਂ ਬੋਲੀ ਨੂੰ ਸੁਣ ਸਕਦਾ ਹੈ, ਬੋਲ ਸਕਦਾ ਹੈ, ਪੜ੍ਹ ਸਕਦਾ ਹੈ, ਲਿਖ ਸਕਦਾ ਹੈ। ਇਹ ਜੋ 4 ਕੌਸ਼ਲ ਨੇ ਇਹਨਾਂ ਨੂੰ ਨੰਬਰਾਂ ਦਾ ਆਧਾਰ, ਨੰਬਰਾਂ ਦਾ ਬੇਸ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਨੇ ਪੇਪਰ ਕਰਕੇ ਕਿਤੇ ਰੱਟ ਰਟਾ ਕੇ ਤਾਂ ਨਹੀਂ ਲਿਖਿਆ, ਉਸ ਵਿੱਚ ਭਾਸ਼ਾ ਬੋਲਣ ਦਾ ਕੌਸ਼ਲ ਆਇਆ ਤਾਂ ਜੋ ਭਾਸ਼ਾ ਅੱਗੇ ਜਾ ਕੇ ਜਿਉਂਦੀ ਰਹੇਗੀ, ਉਸ ਨੂੰ ਜਿਹੜਾ ਹੋਰ ਸਮਾਂ ਮਿਲ ਜਾਏਗਾ। ਤੇ ਇਸ ਤਰ੍ਹਾਂ ਜੋ ਸੰਪੂਰਨ ਭਾਸ਼ਾ ਯੋਗਤਾ ਉਹ ਬੱਚੇ ਵਿੱਚ ਉਹ ਹੈ ਕਿ ਨਹੀਂ ਇਹਦਾ ਪਤਾ ਚੱਲ ਜਾਏਗਾ ਜਦੋਂ ਅਸੀਂ ਆਪਣੀ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਕਰਾਂਗੇ। ਪਹਿਲਾਂ ਵਾਲੀ ਪ੍ਰੀਖਿਆ ਪ੍ਰਣਾਲੀ ਕਾਫੀ ਸਾਰਾ ਬਦਲਾਅ ਆ ਚੁੱਕਿਆ ਹੈ, ਹੋਰ ਬਦਲਾਅ ਦੀ ਲੋੜ ਹੈ। ਤੇ ਲਿਖਤੀ ਦੇ ਨਾਲ ਸਾਨੂੰ ਇਹਨਾਂ ਕੌਸ਼ਲਾਂ ਨੂੰ ਵਧਾਉਣ ਲਈ ਬੱਚੇ ਦੀ ਭਾਸ਼ਾ ਯੋਗਤਾ ਦਾ ਪਤਾ ਚੱਲ ਸਕੇ, ਇਸ ਲਈ ਸਾਨੂੰ ਪ੍ਰੀਖਿਆ ਵਿੱਚ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ। ਭਾਸ਼ਾ ਦੇ ਜੋ ਸਭ ਤੋਂ ਵੱਡੇ ਉਦੇਸ਼ ਨੇ ਪ੍ਰਗਟਾਤਮਕਤਾ ਔਰ ਸਿਰਜਣਾਤਮਕਤਾ। ਬੱਚੇ ਕ੍ਰੀਏਟਿਵ ਨੇ, ਬੱਚੇ ਆਪਣੀ ਗੱਲ ਨੂੰ ਪ੍ਰਗਟ ਕਰ ਸਕਦੇ ਨੇ। ਇਹ ਤਾਂ ਹੋਏਗਾ ਜਦੋਂ ਅਸੀਂ ਆਪਣੀ ਪ੍ਰੀਖਿਆ ਪ੍ਰਣਾਲੀ 'ਚ ਇਹਨਾਂ ਕੌਸ਼ਲਾਂ ਨੂੰ ਔਰ ਇਹਨਾਂ ਵਿਧੀਆਂ ਨੂੰ, ਇਹਨਾਂ ਉਦੇਸ਼ਾਂ ਨੂੰ ਜਗ੍ਹਾ ਦੇਵਾਂਗੇ। ਅਗਲੀ ਜੋ 9ਵੀਂ ਗੱਲ ਹੈ ਉਹ ਹੈ ਤਖਸ਼ੀਸ਼ੀ ਤੇ ਉਪਚਾਰੀ ਸਿੱਖਿਆ ਦਾ ਪ੍ਰਬੰਧ। ਅਧਿਆਪਕ ਕਿਉਂਕਿ ਨਵੀਨ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੇ ਨੇ ਔਰ ਨਵੀਨ ਯੁੱਗ ਵਿੱਚ ਸਾਡਾ ਕਰਿਕੂਲਮ ਔਰ ਸਾਡਾ ਜੋ ਸਿਲੇਬਸ ਹੈ ਸਾਡੇ ਕੋਲ ਬੜੀਆਂ ਸਾਰੀਆਂ ਇੱਛਾਵਾਂ ਰੱਖਦਾ ਹੈ, ਬੜੀਆਂ ਸਾਰੀਆਂ ਡਿਮਾਂਡਸ, ਬੜੀ ਸਾਰੀਆਂ ਆਸ਼ਾਵਾਂ ਰੱਖਦਾ ਹੈ। ਇਸ ਕਰਕੇ ਜਿਹੜੀ ਹੁਣ ਦੀ ਵਿੱਦਿਆ ਹੈ ਉਹ ਤਖਸ਼ੀਸ਼ ਹੈ, ਡਾਇਗਨੋਸਟਿਕ ਹੈ। ਮੈਂ ਕਹਿੰਦਾ ਮੈਂ ਤਾਂ ਬਹੁਤ ਮਿਹਨਤ ਕਰਾਈ, ਮੈਂ ਤਾਂ ਸਾਰਾ ਸਿਲੇਬਸ ਕਰਾਇਆ ਔਰ ਬਹੁਤ ਬੱਚਿਆਂ ਨੇ ਮਿਹਨਤ ਕੀਤੀ, ਟੈਸਟ ਵੀ ਲਏ, ਸਭ ਕੁਝ ਕੀਤਾ, ਪਰੰਤੂ ਜਦੋਂ ਬੋਰਡ ਦੇ ਪੇਪਰ ਬੱਚੇ ਦੇਣਗੇ ਉਹਨਾਂ ਦਾ ਰਿਜ਼ਲਟ ਹੀ ਨਹੀਂ ਆਇਆ, ਮੇਰਾ ਰਿਜ਼ਲਟ ਖਰਾਬ ਕਰਤਾ ਹੈ। ਇਹ ਜੋ ਸ਼ਿਕਾਇਤ ਨੇ ਇਹ ਜ਼ਿਆਦਾ ਮਿਹਨਤ ਕਰਨੇ ਵਾਲੇ ਜੋ ਅਧਿਆਪਕ ਨੇ ਉਹਨਾਂ ਨਾਲ ਇਹ ਜ਼ਿਆਦਾ ਵਾਪਰਦੀ ਹੈ। ਪਰੰਤੂ ਜਦੋਂ ਦੇਖਣ ਵਿੱਚ ਆਉਂਦਾ ਹੈ ਕਿ ਡਾਇਗਨੋਸਟਿਕ ਨਹੀਂ ਹੋ ਪਾਉਂਦਾ, ਬੱਚਾ ਪੜ੍ਹਦਾ ਹੈ ਉਸਨੂੰ ਯਾਦ ਨਹੀਂ ਹੋ ਪਾਉਂਦਾ, ਬੱਚਾ ਪੜ੍ਹਦਾ ਹੈ ਯਾਦ ਹੋ ਜਾਂਦਾ ਪਰ ਉਸਨੂੰ ਲਿਖ ਨਹੀਂ ਪਾਉਂਦਾ, ਬੱਚਾ ਪੜ੍ਹਦਾ ਹੈ ਯਾਦ ਹੁੰਦਾ, ਲਿਖ ਲੈਂਦਾ, ਪਰੰਤੂ ਅਸ਼ੁੱਧੀਆਂ ਕਰਕੇ ਨੰਬਰ ਕੱਟੇ ਜਾਂਦੇ ਨੇ। ਜਦੋਂ ਅਧਿਆਪਕ ਚੇਤਨ ਹੋ ਕੇ ਜਾਂ ਜੋ ਵੀ ਸਾਡਾ ਸਿਸਟਮ ਹੈ ਜਦੋਂ ਅਸੀਂ ਉਸ ਵਿੱਚ ਬਦਲਾਵ ਕਰਾਂਗੇ ਤਾਂ ਉਸ ਵਿੱਚ ਤਖਸ਼ੀਸ਼ੀ ਯਾਨੀ ਡਾਇਗਨੋਸਿਸ ਯਾਨੀ ਦੋਸ਼ ਦੀ ਪਛਾਣ ਕਰਨਾ ਔਰ ਉਪਚਾਰੀ ਯਾਨੀ ਉਸ ਦਾ ਇਲਾਜ ਢੂੰਡਣਾ, ਇਹ ਸਿੱਖਿਆ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਪੰਜਾਬੀ ਮਾਂ ਬੋਲੀ ਦੀ ਸਿਖਲਾਈ ਜਾਂ ਪੜ੍ਹਾਈ ਬਾਰੇ ਅਸੀਂ ਸੁਧਾਰ ਕਰਨੇ ਨੇ, ਸਾਨੂੰ ਤਖਸ਼ੀਸ਼ੀ ਯਾਨੀ ਦੋਸ਼ਾਂ ਦੀ ਪਛਾਣ ਕਰਨਾ ਔਰ ਕਾਰਨ ਲੱਭ ਕੇ ਉਸ ਦਾ ਉਪਚਾਰ ਕਰਨਾ, ਇਹ ਵਿਧੀਆਂ ਸਾਨੂੰ ਅਪਣਾਉਣੀਆਂ ਚਾਹੀਦੀਆਂ। ਇਹ ਕਿਰਿਆਤਮਕ ਖੋਜ ਵਿਧੀ ਜੋ ਹੈ ਇਸ ਵਿੱਚ ਬਹੁਤ ਜ਼ਿਆਦਾ ਸਹਾਇਕ ਹੋ ਸਕਦੀ ਹੈ। ਕਿਰਿਆਤਮਕ ਵਿਧੀ ਕੀ ਹੈ ਵੀ ਜਮਾਤ ਵਿੱਚ ਪੜ੍ਹਾਉਂਦੇ ਸਮੇਂ ਬੱਚੇ ਦੇ ਉੱਤੇ ਧਿਆਨ ਰੱਖਣਾ, ਉਹ ਕਿਸ ਕਿਸ ਪ੍ਰਕਾਰ ਦੀਆਂ ਤਰੁੱਟੀਆਂ ਕਰਦਾ ਹੈ, ਲਿਖਣ ਵੇਲੇ, ਬੋਲਣ ਵੇਲੇ, ਪੜ੍ਹਨ ਵੇਲੇ ਔਰ ਆਪਣੀ ਗੱਲ ਨੂੰ ਵਿਅਕਤ ਕਰਨ ਵੇਲੇ, ਆਪਣੀ ਗੱਲ ਦਾ ਪ੍ਰਗਟਾਵਾ ਕਰਨ ਵੇਲੇ ਕਿਹੜੀਆਂ-ਕਿਹੜੀਆਂ ਕਮੀਆਂ ਉਸ ਵਿੱਚ ਹਨ, ਉਸ ਬਾਰੇ ਕਿਰਿਆਤਮਕ ਖੋਜ ਵਿਧੀ ਅਪਣਾਉਣੀ ਚਾਹੀਦੀ ਹੈ। ਜਦੋਂ ਅਸੀਂ
क्रियात्मक खोज विधि नाल अपना अनुसंधान करांगे और जो उसके नतीजे आएंगे ना, उन्होंने नतीजों को आधार बना के असी व्यक्तिगत तौर पर परसनल बच्चे कोल उस जिसकी दोष है, जिस बोलन सुनन लिखन और समझन का जो दोष त्रुटि है, असी उस कोल जाके जां फिर असी सामूहिक तौर पर बच्चों को उन्होंने सारे संभावनावां दोषां त्रुटियां दी संभावनावां ने किस किस तरह दी तुसीं किहड़ियां चीज़ां वाल विशेष तौर पर ध्यान देना है, बोलते समय लिखते समय प्रगट करन समय उन्हां चीज़ां का जो उपचार है वह सानूं जमात विच ही करना पेगा। इस करके सानूं व्यक्तिगत ते सामूहिक तौर पर भाषा दियां त्रुटियां दूर करने स्पैशल पीरियड रखने पैणगे। जिद्दां मैं पिछले लैक्चर च दस्सिया सी कि मैं अपने बच्चों लिए 20 ਜਾਂ 25 इदां दे शब्द छांटे ने जिन्हां नूं लिखण समय बच्चे अक्सर गलती जिद्दां कवि है, क्योंकि है, चाहिदा है, चाहुंदा है, गया है, यह जो काफ़ी सारे 25-30 शब्द ने जे असीं इन्हां नूं आधार बना के इन्हां नूं ही बच्चों को सामूहिक तौर पर दस्से भी यह तुहाडा आंसर लिखण समय उत्तर लिखण समय यह संभावना गलती ने तुहाडे कोल बहुत ज़्यादा ने, तो बच्चे जिहड़े ने ना वो जिहड़ा है वो इस बारे सोच सकते हैं। जे असी बच्चों के पेपरां नूं अपनी अनुसंधान का टूल बनाइए, मान लो बच्चों ने अज पेपर दिता, उन्होंने UTC ਜਾਂ फिर उन्होंने छमाही या तिमाही सीगा, असी उन्हां विचों अच्छे पेपर छांट के और बहुत बुरे पेपर छांट के असी उन्होंने जमात विच तखशीशी और रेमैडियल यानी असी तखशीशी तो उपचारी सिक्ख्या का आधार बना सकते हैं। इस विच असी उन्हां पेपरों को लैके असी बेस्ट पेपर को डिस्पले करके बच्चों को किसी इस किहड़ियां खूबियां ने और इस विच किहड़ियां कमियां रह गई ने, असी बच्चे का नाम लए बिना असी बच्चों को उन्होंने दोषों बारे और उन्होंने खूबियां बारे सब नूं इक्को समय उपचार कर सकते हैं, उन्होंने त्रुटियां असी दूर कर सकते हैं। इस नूं कहते तखशीशी तो उपचारी सिक्ख्या का प्रबंध करना। यह मेरे वालों यानी सिर्फ अध्यापक वालों ही हो सकता है। जे असी इस बारे मापियां कोलों उम्मीद करांगे जां असी प्रबंधन यानी मैनेजमेंट कोलों उम्मीद करांगे तो इसकी संभावना नहीं है। यह मैनूं आप ही जागरूक होना पैना, अध्यापक नूं तुहानूं आप ही जागरूक होना पैना। भाषा विच अनुसंधान बहुत जरूरी है, रिसर्च बड़ी जरूरी है भी। भाषा विच पंजाबी भाषा विच महत्वपूर्ण बड़ा स्थान है अनुसंधान रिसर्च का सरकार वालों, क्योंकि यह जो रिसर्च का काम है मेरे को सिलेबस है, मेरे को करिकुलम है, अपनी जमात में रहिंदा है अनुसंधान शायद मैं ना कर सका, इस करके सरकार नूं माहिरां दीयां टीमां बनानी चाहिए, शोध करने वाले यानी अनुसंधान रिसर्च करने वाले दीयां टीमां बनानी चाहिए जो कि भाषा नाल संबंधित विशेष त्रुटियां विशेष समस्यावां बारे खोज करके अनुसंधान करके तो उस बारे जो भी खोज होवे उस नूं फिर वो पत्तर राहीं अखबारां राहीं रसालियां राहीं ਉਹ ਵਿਦਿਆਰਥੀਆਂ ਤੇ ਪੜ੍ਹਾਉਣ ਵਾਲੇ ਅਧਿਆਪਕਾਂ ਨਾਲੋਂ ਸਾਂਝੀਆਂ ਕਰ ਸਕਣ, ਸ਼ੇਅਰ ਕਰ ਸਕਣ। ਇਹ ਜੋ ਸਮੱਗਰੀ ਰਸਾਲੇ ਹੈ ਇਹ ਫ੍ਰੀ ਵੰਡਣੀ ਚਾਹੀਦੀ ਹੈ। ਇਸ ਵਿੱਚ ਮਾਹਿਰਾਂ ਨੂੰ ਆਪਣੇ ਵਿਚਾਰ ਦੇਣੇ ਚਾਹੀਦੇ ਹੈ। ਉਹਨਾਂ ਵਿਚਾਰਾਂ ਤੋਂ ਫਿਰ ਅਸੀਂ ਆਪਣੀ ਵਿਦਿਆ ਵਿੱਚ ਅਸੀਂ ਪੰਜਾਬੀ ਸਿੱਖਣ ਵਿੱਚ ਬੜਾ ਸੁਧਾਰ ਕਰ ਸਕਦੇ ਹਾਂ, ਬੱਚਿਆਂ ਦੇ ਗ੍ਰਹਿਣਤਾ ਵਿੱਚ ਸੁਧਾਰ ਕਰ ਸਕਦੇ ਹਾਂ ਔਰ पंजाबी भाषा विच इस तरह नवे तरीके वरतन नाल एक नवीनता का हुलारा आएगा, एक नवे कार्य होणगे और बच्चों विच और जो आने वाला भविख है उस पंजाबी मां बोली का भविख जिहड़ा ना वो बहुत रोशन होएगा। उस तो बाद जो साडा इस समय का लास्ट पॉइंट है वो कई सारे हो सकते हैं। इत्थे मैं लिखा है ਸਾਹਿਤਕ ਸਭਾਵਾਂ या ਸੱਭਿਆਚਾਰਕ प्रोग्राम जिसनों कि लोग पैसे की बर्बादी समय की बर्बादी करते हैं और कहते भी डिसिपलिन यानी अनुशासन की समस्या आ जाती है। सानू समय समय पर अपने पाठ्यक्रम को आधार बना के पंजाबी सभ्याचार और ਸਾਹਿਤਕ सभावां अध्यापकों दियां और बच्चों दे भी करानी चाहिए। उस तो इलावा पाठ्यक्रम में सुधार होना चाहिए। जो पाठ्यक्रम है मनोविज्ञानिक साइकोलॉजिकल होना चाहिए और बच्चों पर केंद्रित बाल केंद्रित होना चाहिए। उस जिन्ने भी कौशल ने साडे सुनना बोलना पढ़ना लिखना इस बारे ध्यान दिता जाना चाहिए पाठ्यक्रम विच। और जितनियां भी साहित्य दियां पंजाबी भाषा दियां वनगियां ने, वनगियां का मतलब नाटक ने, नावल ने, लेख ने, कहानी है, निक्की कहानी है, इकांगी है, यह सब वनगियां ने पंजाबी साहित्य दियां पंजाबी लिटरेचर दियां। इन्हां बारे बच्चों को जान पहचान करानी चाहिए पाठ्यक्रम के नाल। ते जिहड़ियां अगली जो स्पैशल गल है संदर्भ यानी रैफरेंस बुक्स की, संदर्भ पुस्तकों की लाइब्रेरी विच अध्यापक को इस तरह संदर्भ पुस्तकों का रैफरेंस बुक्स का ढेर होना चाहिए तां जो किसी विषय किसी पाठ्यक्रम के किसी नुकते बारे अपनी रैफरेंस बुक खोल के और बच्चों को उस बारे एक विशेष एक खास एक वाधू जानकारी दे सके। यह सारी सी सुधार जो असी पंजाबी पढ़ाते होया पंजाबी भाषा सिक्ख्या नाल संबंधित जिन्नियां चुनौतियां आदियां ने जिन्नियां कठिनाइयां समस्या आदियां ने असी उन्हां दा सुधार इन्हां कारणा करके कर सकते हैं।
ਇਸ ਦੇ ਨਾਲ ਹੀ ਅਗਲੀ ਵੀਡੀਓ ਵਿੱਚ ਅਸੀਂ ਹੋਰ ਵੀ ਪੈਡਾਗੋਜੀ ਬਾਰੇ ਚਰਚਾ ਕਰਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।